बिस्मिल्लाहिर्रहमानिर्रहीम। मैं मोहम्मद सरफराज जी दोस्तों की खिदमत एक बार फिर हाज़र। तो मेरे नाल ने इस वेले जनाब गुलाम अब्बास साहब, ये एग्रानोमिस्ट ने RPL दे। RPL है राइस पार्टनर लिमिटेड। तो इन्हों को पुछते भी है की चीज़ है तो की करती है तो यदा काश्तकारां नाल की तल्लक है। अस्सलाम वालेकुम जनाब। वालेकुम सलाम जी। ये RPL का थोड़ा जिहा तारफ तो कराओ जी। RPL राइस पार्टनर लिमिटेड ਦੇ ਨਾਂ ਤੋਂ ਮੁਖੱਫਫ ਹੈ ਜੀ ਇਹਨਾਂ ਦਾ जी। ਔਰ ਇਹ ਪਾਕਿਸਤਾਨ ਦੇ ਵਿੱਚ ਸੁਪਰ ਬਾਸਮਤੀ ਤੇ ਬਾਸਮਤੀ 515 ਜਿਹੜੀ ਹੈ ਉਹਦੀ ਐਕਸਪੋਰਟ ਕਰਦੀ ਹੈ जी ਔਰ ਇਹਨਾਂ ਨੇ ਐਕਸੈਪਟਡ ਏਰੀਆ ਜਿਹੜਾ ਹੈ ਸ਼ੇਖੂਪੁਰਾ, ਮਤਲਬ ਇਹਦੇ ਮੁਲੇਕਾ ਇਲਾਕੇ, जी ਨਾਰੰਗ, ਨਾਰੋਵਾਲ, ਸਿਆਲਕੋਟ ਇਹਨਾਂ ਸਾਈਡਾਂ ਤੋਂ ਮਤਲਬ ਪ੍ਰੋਕਿਉਰਮੈਂਟ ਕਰਦੀ ਹੈ हाफिजाबाद ਜੀ। ਹਾਫਜ਼ਾਬਾਦ ਤੋਂ ਵੀ कसूर है या नहीं? ਨਹੀਂ, ਕਸੂਰ ਨਹੀਂ ਹੈ ਜੀ। अच्छा जी। ਹਾਂਜੀ मतलब ਜਿਹੜਾ ਮੂੰਜੀ ਦਾ ਇਲਾਕਾ ਜਿਹੜਾ ਗਿਣਿਆ ਜਾਂਦਾ जी ਦੁਨੀਆ जी ਦੇ ਵਿੱਚ। बिल्कुल बिल्कुल। ਠੀਕ ਹੈ ਔਰ ਜੀ। ਇਹ ਹੈ ਕਿ ਮਤਲਬ ਕਾਫੀ ਲੋਕ ਜਿਹੜੇ ਸਾਡੇ ਨਾਲ ਕੰਟਰੈਕਟ 'ਚ ਆਉਂਦੇ ਨੇ ਜੀ ਉਹਨਾਂ ਵਾਸਤੇ ਸਾਡੇ ਕੋਲ ਜਿਹੜੇ ਵੀ ਕੋਈ ਫੈਸਿਲਿਟੀ ਹੁੰਦੀ ਆ ਅਸੀਂ ਉਹ ਵੀ ਜ਼ਿਮੀਂਦਾਰ ਨੂੰ ਦਿੰਨੇ ਆ। ਜੀ ਉਸ ਤੋਂ ਬਾਅਦ ਇਹ ਬੜਾ ਫਾਇਦਾ ਹੁੰਦਾ ਕਿ ਜ਼ਿਮੀਂਦਾਰ ਨੂੰ ਬਰ ਵਕਤ ਉਹਦੀ ਪੇਮੈਂਟ ਮਿਲ ਜਾਂਦੀ ਹੈ, ਜੀ ਦੂਸਰੇ ਤੀਸਰੇ ਦਿਨ ਉਹਦੇ ਅਕਾਊਂਟ ਦੇ ਵਿੱਚ ਆ ਜਾਂਦੀ। ਇਸ ਤੋਂ ਜ਼ਿਮੀਂਦਾਰ ਵੀ ਬੜੇ ਖੁਸ਼ ਹੁੰਦੇ ਆ। ਹਾਂਜੀ ਉਹਨਾਂ ਨੂੰ ਕੋਈ ਸਾਡੇ ਕਟੌਤੀ ਨਹੀਂ ਹੈ, ਜੀ ਕੋਈ ਕਿਸੇ ਕਿਸਮ ਦੀ ਕੋਈ ਬਾਰਦਾਨੇ ਦੀ ਕਟੌਤੀ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ ਕਿਸੇ ਕਿਸਮ ਦਾ ਵੀ। ਸਿਰਫ ਇਹ ਹੈ ਕਿ ਤੁਹਾਡਾ ਵਜ਼ਨ ਜਿਹੜਾ ਵੱਡੇ ਕੰਡੇ ਦਾ ਹੋਣਾ ਜੀ ਉਸ ਦੀ ਪੇਮੈਂਟ ਉਹ ਤੁਹਾਡੇ ਅਕਾਊਂਟ 'ਚ ਆ ਜਾਣੀ। ਕੋਈ ਉਹਦੇ ਟੈਕਸ ਨਹੀਂ, ਤੁਹਾਡੀ ਕਟੌਤੀ ਕੋਈ ਕਿਸੇ ਕਿਸਮ ਦੀ ਕਟੌਤੀ ਨਹੀਂ ਹੈ। ਇੱਕ ਤਾਂ ਤੁਸੀਂ ਇਹ ਸਹੂਲਤ ਦਿੰਨੇ ਨਾ ਸਾਡੇ ਕੋਲੋਂ ਫਸਲ ਖਰੀਦ ਲੈਂਦੇ ਆ। ਜੀ ਜੀ ਇਹਦੇ ਤੋਂ ਇਲਾਵਾ ਵੀ ਕੋਈ ਸਹੂਲਤ ਦਿੰਨੇ ਆ? ਜੀ। ਇਸ ਤੋਂ ਇਲਾਵਾ ਸਾਡਾ ਪ੍ਰੋਗਰਾਮ ਚੱਲ ਰਿਹਾ ਪ੍ਰੋਜੈਕਟ ਸਾਡਾ ਵੈਪਰੋ ਦੇ ਨਾਂ ਤੋਂ। ਜੀ ਵੈਪਰੋ ਦੇ ਵਿੱਚ ਸਾਡੇ ਕੋਲ ਆਉਂਦੇ ਨੇ ਕਿ ਅਸੀਂ ਜ਼ਿਮੀਂਦਾਰਾਂ ਨੂੰ ਮਤਲਬ ਜਿਹੜਾ ਲੈਂਡ ਲੈਵਲਿੰਗ ਦੇ ਹਵਾਲੇ ਦੇ ਨਾਲ ਅਸੀਂ ਉਹਨਾਂ ਦੀ ਰਹਿਨਮਾਈ ਕਰਨੇ ਆ। ਹਾਂਜੀ ਉਹਨਾਂ ਨੂੰ ਅਸੀਂ 5 ਏਕੜ ਜਿਹੜੇ ਆ ਫ੍ਰੀ ਲੈਵਲ ਕਰਕੇ ਦਿੰਨੇ ਜ਼ਮੀਨ। ਅੱਛਾ 5 ਏਕੜ ਜਿਹੜਾ ਉਹ ਫਾਰਮਰ ਆਪਣੇ ਉਹਦੀ ਪੇਮੈਂਟ ਹੁੰਦੀ ਆ, ਜੀ ਯਾਨੀ ਕਿ 10 ਏਕੜ ਕਰਨੇ ਅਸੀਂ। ਹਾਂਜੀ। ਉਹਨਾਂ 'ਚ 5 ਏਕੜ ਜ਼ਿਮੀਂਦਾਰ ਦੇ ਫ੍ਰੀ ਹੁੰਦੇ ਆ, 5 ਏਕੜ ਜਿਹੜੀ ਆ ਉਹ ਜ਼ਿਮੀਂਦਾਰ ਪੇਮੈਂਟ ਕਰਦਾ ਹੈ। 10 ਏਕੜਾਂ ਚੋਂ 5 ਜ਼ਿਮੀਂਦਾਰ ਨੇ ਕਰਾ ਲਿਆ, 5 ਤੁਸੀਂ ਕਰਨਾ। ਜੀ ਜੀ ਬਿਲਕੁਲ। ਤੁਸੀਂ 5 ਦੀ ਦੇਣੀ ਹੈ, ਜ਼ਿਮੀਂਦਾਰ ਭਾਵੇਂ 50 ਦੀ ਕਰਾਵੇ। ਹਾਂਜੀ ਹਾਂਜੀ ਬਿਲकुल। ਠੀਕ- ਜੀ ਠੀਕ ਜੀ ਹੋ ਗਿਆ ਜੀ। ਇਹ ਵੀ ਬੜੀ ਗੱਲ ਹੈ ਜੀ। ਜੀ ਜੀ ਇਨਸ਼ਾਅੱਲਾ। ਤੇ ਹੋਰ ਤੁਸੀਂ ਕੋਈ ਜੀ? ਹੋਰ ਇਸ ਤੋਂ ਬਾਅਦ ਹੋਰ ਵੀ ਸਾਡੇ ਕੋਈ ਪ੍ਰੋਗਰਾਮ ਚੱਲ ਰਹੇ ਨੇ ਹਲੇ, ਮਤਲਬ ਸਟ੍ਰੀਮ ਲਾਈਨ 'ਚ ਨੇ ਕਿ ਜਿਹਨਾਂ 'ਚ ਜਿਹੜੇ ਜ਼ਿਮੀਂਦਾਰ ਦੇ ਹੱਕ ਵਾਸਤੇ, ਯਾਨੀ ਕਿ ਹੁਣ ਸਾਡਾ ਕੋਈ ਸਰਵੇ ਵੀ ਚੱਲ ਰਿਹਾ ਜੀ ਕਿ ਅਸੀਂ ਸੁਪਰ ਜਿਹੜੀ ਆ ਇਸ ਤੋਂ ਜ਼ਿਮੀਂਦਾਰ ਕਨਵਰਟ ਹੋ ਕੇ 86 ਵੱਲ ਆ ਰਹੇ ਜਾਂ ਦੂਸਰੀਆਂ ਹੋਰ ਵੈਰਾਈਟੀਆਂ ਕਾਸ਼ਤ ਕਰ ਰਹੇ ਕਿ ਸੁਪਰ ਕਿਉਂ ਘਟ ਰਹੀ ਹੈ। ਹਾਂਜੀ। ਇਸ ਬਾਰੇ ਵੀ ਅਸੀਂ ਜਿਹੜਾ ਨਾ ਕੋਈ ਸਰਵੇ ਕਰ ਰਹੇ ਹਾਂ। ਇਨਸ਼ਾਅੱਲਾ ਉਮੀਦ ਹੈ ਕਿ ਉਹਦਾ ਅੱਛਾ ਰਿਜ਼ਲਟ ਮਿਲੇਗਾ, ਜ਼ਿਮੀਂਦਾਰ ਭਾਈਆਂ ਵਾਸਤੇ ਅੱਛੀ ਕੋਈ ਖੁਸ਼ਖਬਰੀ ਆਏਗੀ ਇਨਸ਼ਾਅੱਲਾ। ਹਾਂਜੀ। ਤੇ ਕੋਸ਼ਿਸ਼ ਕਰੋ ਕਿ ਸੁਪਰ ਤੇ ਸੁਪਰ 515 ਜਿਹੜੀ ਹੈ ਉਹ ਕਾਸ਼ਤ ਕਰੋ ਤਾਂ ਕਿ ਸਾਡੀ ਐਕਸਪੋਰਟ ਵਧੇ, ਸਾਡੀ ਮੁਲਕ ਦਾ ਨਾਮ ਰੋਸ਼ਨ ਹੋਵੇ ਜੀ ਜੀ ਇਨਸ਼ਾਅੱਲਾ। ਠੀਕ ਹੋ ਗਿਆ। ਤਾਂ ਮੁਲਕ ਵਾਸਤੇ ਨਾ ਜੀ। ਜੀ 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 ਮੁਲਕ ਵਾਸਤੇ ਸਾਨੂੰ ਕਰਨਾ ਤਾਂ ਚਾਹੀਦਾ ਵਾ, ਜੀ। ਸਾਡੇ ਢਿੱਡ ਵਾਸਤੇ ਵੀ ਕੁਝ ਹੋਣਾ ਤਾਂ ਚਾਹੀਦਾ। ਜੀ ਜੀ ਉਹ ਦੂਸਰੀ ਜਿਹੜੀ ਅੱਜ ਕੱਲ੍ਹ ਨਾ ਜੀ 1509 ਦਾ ਬੜਾ ਚਰਚਾ, ਕਹਿੰਦੇ ਉਹਦਾ ਝਾੜ ਵੀ ਬੜਾ ਆ ਤੇ ਉਹ ਵਿਕ ਵੀ ਜਾਂਦੀ ਬਥੇਰੀ ਮਹਿੰਗੀ। ਅੱਛਾ ਮੈਨੂੰ ਇਹ ਦੱਸੋ, ਜੀ ਜੀ ਅਕਸਰ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਜੀ ਉੱਥੇ ਗਈ ਟਰਾਲੀ ਤੁਸੀਂ ਰਿਜੈਕਟ ਕਰਦੇ ਹੋ। ਰਿਜੈਕਟ ਕਿਹੜੀ ਕਿਹੜੀ ਵਜ੍ਹਾ ਤੋਂ ਹੋ ਜਾਂਦੀ ਆ? ਰਿਜੈਕਟ ਜੀ ਪਹਿਲਾ ਜਿਹੜਾ ਸਾਡਾ ਹੁੰਦਾ ਵਾ ਕਿ ਉਹਦੇ ਚ ਮੋਇਸਚਰ ਜਿਹੜਾ ਨਾ ਉਹਦਾ ਲੈਵਲ ਸਾਡਾ ਤਕਰੀਬਨ ਅਸੀਂ ਕਹਿੰਦੇ ਕਿ 20-21 ਮੋਇਸਚਰ ਤੱਕ ਜਿਹੜਾ ਨਾ ਜਾਂ ਉਸ ਤੋਂ ਲੋ ਹੋਵੇ ਲੈਵਲ, ਹਾਂਜੀ ਉਸ ਤੋਂ ਅਗਰ ਅਬਵ ਹੁੰਦਾ ਸਾਡਾ ਮੋਇਸਚਰ ਤੇ ਹਾਂਜੀ ਫਿਰ ਅਸੀਂ ਜਿਹੜਾ, ਕਿਉਂਕਿ ਉਹ ਜਦੋਂ ਮੋਇਸਚਰ ਜ਼ਿਆਦਾ ਹੁੰਦਾ ਵਾ ਉਹਦੇ ਵਿੱਚ ਸਾਡਾ ਅਫਲਾਟੌਕਸਨ ਦੀ ਬਿਮਾਰੀ ਜਾਂ ਇਸ਼ੂ ਬਣਦਾ। ਅੱਛਾ ਜੀ ਉਹਦੇ 'ਚ ਇਹ ਹੁੰਦਾ ਕਿ ਅਸੀਂ ਇੱਕ ਟਰਾਲੀ ਤੇ ਐਕਸੈਪਟ ਕਰ ਲਾਂਗੇ ਕਿਸੇ ਦੀ ਜਿਸ ਤਰ੍ਹਾਂ ਵੀ ਹੈ, ਉਹਦੇ 'ਚ ਅਗਰ ਕੋਈ ਮੋਇਸਚਰ ਦਾ ਮਸਲਾ ਹੋਇਆ ਉਹ ਫਿਰ ਸਾਡੀ ਜਿਹੜੀ ਇੱਕ ਲਾਟ ਜਿਹੜੀ ਕਮ ਅਜ਼ ਕਮ ਵੀ 2 ਕਰੋੜ ਦੀ ਲਾਟ ਹੁੰਦੀ ਹੈ। ਜੀ ਅਸੀਂ ਇੱਕ ਟਰਾਲੀ ਜਿਹੜੀ ਹੈ ਕੋਈ 10 ਲੱਖ ਦੀ ਜਾਂ 5 ਲੱਖ ਦੀ ਅਸੀਂ ਲੈ ਕੇ ਅਸੀਂ 2 ਕਰੋੜ ਦਾ ਨੁਕਸਾਨ ਹੋ ਜਾਵੇ, ਹਾਂਜੀ ਉਹ ਫਿਰ ਬੜਾ ਮਸਲਾ ਕੰਪਨੀ ਵਾਸਤੇ ਬਣਦਾ। ਇਸ ਵਾਸਤੇ ਅਸੀਂ ਆਪਣਾ ਸਟੈਂਡਰਡ ਰੱਖਿਆ, ਉਹਦੇ 'ਚ ਅਸੀਂ ਕੋਸ਼ਿਸ਼ ਕਰਨੇ ਆ ਕਿ ਜ਼ਿਮੀਂਦਾਰ ਵੀ ਆਪਣਾ ਟੈਨਸ਼ਨ 'ਚ ਨਾ ਹੋਣ। ਅਸੀਂ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਿਹੜੀ ਤੁਸੀਂ ਕਟਾਈ ਕਰੋ ਹਾਂਜੀ ਤਾਂ ਕਿ ਉਹਦੇ ਵਿੱਚ ਇਸ਼ੂ ਨਾ ਹੋਵੇ ਕਿ ਉਹਦੇ ਵਿੱਚ ਮੋਇਸਚਰ ਹੈ ਜਾਂ ਉਹਦੇ 'ਚ ਗ੍ਰੀਨ ਗ੍ਰੇਨ ਹੈ, ਹਰਾ ਦਾਣਾ ਜਿਹਨੂੰ ਅਸੀਂ ਕਹਿੰਦੇ ਹਾਂ, ਹਾਂਜੀ ਉਹ ਨਾ ਹੋਵੇ ਵਿੱਚ, ਯਾਨੀ ਕਿ ਕੋਈ ਐਸੀ ਚੀਜ਼ ਉਹਦੇ 'ਚ ਨਾ ਹੋਵੇ ਕਿ ਜਿਹਦੀ ਵਜ੍ਹਾ ਤੋਂ ਉਹ ਹੀਟ ਅਪ ਹੁੰਦੀ ਆ ਜਾਂ ਉਹਦਾ ਕੁਆਲਿਟੀ ਖਰਾਬ ਹੁੰਦੀ ਆ। 10 ਨਵੰਬਰ ਤੋਂ ਬਾਅਦ ਜਿਹੜੀ ਕਟਾਈ ਤੁਸੀਂ ਕਰਾਉਂਦੇ ਹੋ ਉਹ ਬਿਹਤਰ ਰਹਿ ਜਾਂਦੀ ਇਨਸ਼ਾਅੱਲਾ। 10 ਨਵੰਬਰ ਤੋਂ ਬਾਅਦ ਕਟਾਈ ਕਰਾ ਲਈਏ ਫਿਰ ਠੀਕ ਹੁੰਦਾ? ਜੀ ਫਿਰ ਠੀਕ ਹੁੰਦਾ ਜੀ ਇਹਦੇ ਇਨਸ਼ਾਅੱਲਾ। ਤੋਂ ਇਲਾਵਾ ਕੋਈ ਦੇਸੀ ਟੋਟਕਾ ਸਾਨੂੰ ਪਤਾ ਲੱਗੇ ਵੀ ਇਹਦੀ ਜਿਹੜਾ ਮੋਇਸਚਰ ਹੈ ਇਹ ਹੁਣ ਠੀਕ ਆ ਹੁਣ ਨਹੀਂ ਠੀਕ? ਉਹਦੇ ਲਈ ਇਹ ਹੁੰਦਾ ਕਿ ਤੁਸੀਂ ਇੱਕ ਤਾਂ ਦੇਖੀ ਤੁਸੀਂ ਚੀਜ਼ ਕਿ ਫਸਲ ਸਾਰੀ ਪੱਕ ਗਈ ਹੈ, ਠੀਕ ਹੋ ਗਿਆ ਜੀ। ਹਾਂਜੀ ਉਸ ਤੋਂ ਬਾਅਦ ਇੱਕ ਤੁਸੀਂ ਜਦੋਂ ਕਟਾਈ ਕਰਾਉਂਦੇ ਹੋ, ਹਾਂਜੀ ਕਟਾਈ ਅਗਰ ਤੁਸੀਂ ਸੈਕੰਡ ਟਾਈਮ ਸ਼ੁਰੂ ਕਰਦੇ ਹੋ ਉਹ ਫਿਰ ਸ਼ਾਮ ਨੂੰ ਉਸ ਟਾਈਮ ਜਿਹੜੀ ਮੋਇਸਚਰ ਤੁਹਾਡਾ ਵਿੱਚ ਸ਼ਾਮਲ ਹੋ ਜਾਂਦਾ।
ਅਗਰ ਤੁਸੀਂ ਕਟਾਈ ਕਰਦੇ ਹੋ ਸਵੇਰ 10 ਵਜੇ ਤੋਂ ਸਟਾਰਟ ਕਰਦੇ ਹੋ ਤੇ ਮਗਰਬ ਤੱਕ ਤੁਸੀਂ ਕਟਾਈ ਕਰਦੇ ਹੋ, ਉਹਦੇ ਵਿੱਚ ਮੋਇਸਚਰ ਦੇ ਬਹੁਤ ਘੱਟ ਚਾਂਸ ਹੁੰਦੇ ਕਿ ਮੋਇਸਚਰ ਜ਼ਿਆਦਾ ਹੋਵੇ। ਠੀਕ ਹੈ। ਜਿਹੜਾ ਰਾਤ ਨੂੰ ਤੁਸੀਂ ਕਟਾਈ ਕਰਾਉਣੀ ਉਹਦੇ ਵਿੱਚ ਮੋਇਸਚਰ ਹੋਏਗਾ। ਠੀਕ ਹੈ ਜੀ, ਇਹ ਚੀਜ਼ ਹੈ। ਮਤਲਬ ਇਹ ਹੈ ਕਿ ਸਾਨੂੰ ਲੋਏ ਦਿਨੇ ਦਿਨੇ ਕਟਾਈ ਕਰਾਣੀ ਚਾਹੀਦੀ। ਜੀ ਜੀ ਬਿਲਕੁਲ ਬਿਲਕੁਲ। ਤੇ ਮੋਇਸਚਰ ਉਹਨੂੰ ਹੀ ਕਹਿੰਦੇ ਜਿਹਨੂੰ ਕਹਿੰਦੇ ਨਮੀ। ਹਾਂਜੀ ਨਮੀ, ਬਿਲਕੁਲ ਨਮੀ ਘੱਟ ਤੋਂ ਘੱਟ ਹਾਂਜੀ ਹੋਣੀ ਚਾਹੀਦੀ। ਨਮੀ ਘੱਟ ਹੋਣੀ ਚਾਹੀਦੀ। ਬਾਕੀ ਇਸ ਤੋਂ ਇਲਾਵਾ ਇਹ ਹੁੰਦਾ ਕਿ ਵਿੱਚ ਚੋਬਾ ਜਿਹੜਾ ਵਾ ਉਹ ਬਹੁਤ ਘੱਟ ਹੋਵੇ। ਹਾਂਜੀ। ਤੁਸੀਂ ਅਗਰ ਸਮਝਦੇ ਹੋ ਕਿ RPL ਨੂੰ ਤੁਸੀਂ ਮੁੰਜੀ ਦੇਣੀ ਹੈ, ਤੁਸੀਂ ਉਹ ਚੋਬੇ ਦੇ ਬੂਟੇ ਜਿਹੜੇ ਨੇ ਉਹਨਾਂ ਨੂੰ ਵਿੱਚੋਂ ਕਢਾ ਲਓ। ਅਗਰ ਥੋੜ੍ਹੇ ਬਹੁਤ ਹੈ ਉਹ ਤਾਂ ਚੱਲ ਜਾਂਦਾ, ਲੇਕਿਨ ਜ਼ਿਆਦਾ ਜਿਹੜੇ ਆ ਬਹੁਤ ਜ਼ਿਆਦਾ ਉਹਦੇ ਤੁਸੀਂ ਸਮਝੋ ਕਿ ਉਹ ਅੱਗੇ ਤੁਹਾਡਾ ਸੈਂਪਲ ਫੇਲ ਹੋ ਜਾਣਾ। ਕਿਉਂਕਿ ਸਾਡੇ ਕੋਲ ਤਕਰੀਬਨ ਜਿਹੜਾ ਕੋਈ 3-4 ਚੋਬਾ ਜਿਹੜਾ ਨਾ ਉਹ ਸਮਝੋ ਕਿ 70 ਗ੍ਰਾਮ ਦੇ ਵਿੱਚ ਅਸੀਂ ਐਕਸੈਪਟ ਕਰਦੇ ਹਾਂ। ਅਗਰ ਇਸ ਤੋਂ ਜ਼ਿਆਦਾ ਹੁੰਦਾ ਵਾ ਫਿਰ ਉਹ ਜਿਹੜਾ ਸੈਂਪਲ ਫੇਲ ਹੋ ਜਾਂਦਾ। ਇਸ ਲਈ ਕੋਸ਼ਿਸ਼ ਕਰੋ ਕਿ ਜਿਹੜਾ ਅਗਰ ਚੋਬੇ ਦੇ ਪੌਦੇ ਆ ਵਿੱਚ ਫੀਲਡ ਦੇ ਵਿੱਚ ਉਹਨੂੰ ਤੁਸੀਂ ਕਢਾ ਲਓ। ਚੋਬਾ ਜਿਹੜਾ ਆ ਇੱਕ ਇਹ ਨਹੀਂ ਹੋਣਾ ਚਾਹੀਦਾ, ਇੱਕ ਨਮੀ ਜਿਹੜੀ ਮੁਨਾਸਬ ਹੋਣੀ ਚਾਹੀਦੀ ਆ। ਹਾਂਜੀ। ਉਸ ਤੋਂ ਇਲਾਵਾ ਜਿਹੜਾ ਕੋਈ ਅਦਰ ਵੈਰਾਈਟੀ ਹੈ, ਯਾਨੀ ਕਿ ਇੱਕ ਸੁਪਰ ਵੈਰਾਈਟੀ ਉਹਦੇ ਵਿੱਚ 86 ਦੇ ਪੌਦੇ ਲੱਗੇ ਆ ਜਾਂ ਇੱਕ ਅੱਧਾ ਪੌਦਾ ਆਇਆ ਵਾ ਜਾਂ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਉਹ ਲਹਿਦਾ ਹੀ ਨਜ਼ਰ ਆਉਂਦਾ, ਉਹ ਪਹਿਲੇ ਪੱਕਿਆ ਹੋਣਾ। ਜਾਂ ਕੋਈ ਹੋਰ ਵੈਰਾਈਟੀ ਹੈ ਉੱਚਾ ਬੂਟਾ ਲਹਿਦਾ ਹੀ ਨਜ਼ਰ ਆ ਰਿਹਾ, ਉਹਨਾਂ ਨੂੰ ਤੁਸੀਂ ਕਢਾ ਦਿਓ। ਇੱਕ ਯੂਨੀਫਾਰਮਟੀ ਹੋ ਜਾਏ, ਬਰਾਬਰੀ ਹੋ ਜਾਵੇ ਸਾਰੀ ਫਸਲ ਦੇ ਵਿੱਚ, ਤੇ ਤੁਹਾਨੂੰ ਸ਼ੋਰ ਹੋਵੇ ਕਿ ਇਹ ਜਿਹੜੀ ਕੁਆਲਿਟੀ ਬਿਹਤਰ ਹੋ ਗਈ, ਸਾਡੀ ਫਸਲ ਪਿਓਰ ਹੈ। ਫਿਰ ਤੁਸੀਂ ਜਿਹੜਾ RPL ਹੁੰਦਾ ਇਨਸ਼ਾਅੱਲਾ ਤੁਹਾਡਾ ਰੇਟ ਵੀ ਅੱਛਾ ਲੱਗੇਗਾ ਔਰ ਬਹੁਤ ਤੁਹਾਡਾ ਅੱਗੇ ਅੱਛਾ ਤਾਲੁਕ ਵੀ ਬਣ ਜਾਏਗਾ ਇਨਸ਼ਾਅੱਲਾ। ਯਾਨੀ ਖਾਲਸ ਜਿਹੜੀ ਹੈ ਸੁਪਰ ਬਾਸਮਤੀ ਤੁਸੀਂ ਉਹ ਲੈਣੇ ਆ? ਜੀ ਜੀ ਬਿਲਕੁਲ। ਅੱਗੇ ਉਹਦੀਆਂ ਵੈਰਾਈਟੀਆਂ ਆ ਜਾਂਦੀਆਂ ਜਿਵੇਂ 515 ਹੋ ਗਈ। ਜੀ ਜੀ। ਤੇ ਸੁਪਰ ਗਾਰਡ ਹੋ ਗਈ। ਹਾਂਜੀ। ਤੇ ਬਹੁਤ ਸ਼ੁਕਰੀਆ ਚੌਧਰੀ ਗੁਲਾਮ ਬਾਦ ਸਾਹਿਬ, ਤੁਸੀਂ ਬਹੁਤ ਅੱਛੀਆਂ ਗੱਲਾਂ ਦਿੱਤੀਆਂ ਜੀ, ਗੱਲਾਂ ਕੀਤੀਆਂ ਜੀ। ਸ਼ੁਕਰੀਆ। ਇਹ ਤੁਹਾਡੀ ਜਿਹੜੀ ਕੰਪਨੀ ਹੈ ਕਾਸ਼ਤਕਾਰਾਂ ਲਈ ਅੱਛਾ ਕਰ ਰਹੀ ਹੈ। ਸਾਫ਼ਜ਼ਾਰ ਆਪ ਵੀ ਕਰ ਰਹੇ ਆ ਉਹ ਬਿਜ਼ਨਸ। ਜੀ ਜੀ ਸਾਡਾ ਵੀ ਭਲਾ ਹੋ ਰਿਹਾ। ਆੜਤੀ ਮਾਫੀਆ ਤੋਂ ਬਚਣ ਦਾ ਇਹ ਬਿਹਤਰੀਨ ਤਰੀਕਾ ਆ। ਜੀ ਜੀ। ਕਿ ਅਸੀਂ ਆਪਣੀ ਫਸਲ ਨੂੰ ਸਾਫ਼ ਸੁਥਰੀ ਰੱਖੀਏ। ਜੀ ਜੀ। ਮੁਨਾਸਬ ਟਾਈਮ ਤੇ ਉਹਦੀ ਕਟਾਈ ਕਰੀਏ ਤੇ ਲੈ ਜਾਈਏ ਉੱਥੇ RPL। ਇਹ ਕਿੱਥੇ ਕਾ RPL ਜੀ ਮੁਰੀਦਕੇ ਦੇ ਨਜ਼ਦੀਕ ਹੈ, ਪੁਆਇੰਟ ਹੈ, ਰੱਤਾ ਪਿੰਡ ਸਟਾਪ ਹੈ। ਜਦੋਂ ਤੁਸੀਂ ਹਾਂਜੀ ਸ਼ੇਖਪੁਰਾ ਰੋਡ ਤੇ ਜਦੋਂ ਤੁਸੀਂ ਇੱਧਰੋਂ ਜਾਂਦੇ ਹੋ ਸ਼ੇਖਪੁਰ ਵੱਲੋਂ ਤੇ ਮੁਰੀਦਕੇ ਤੋਂ 6 ਕਿਲੋਮੀਟਰ ਪਹਿਲੇ ਖੱਬੇ ਹੱਥ ਤੇ RPL ਦਾ ਬੋਰਡ ਲੱਗਿਆ। ਫੈਕਟਰੀ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੁਸੀਂ, ਉੱਥੋਂ ਤੁਹਾਨੂੰ ਫੈਕਟਰੀ ਦਾ ਦੱਸਣਗੇ ਸਾਰੇ। ਉੱਥੇ ਚੱਲ ਜੀ। ਅੱਛਾ, ਕੋਈ ਟਾਈਮਿੰਗ ਵੀ ਹੁੰਦੀ ਕਦੋਂ ਕਿਤੇ ਤੁਹਾਡੇ ਕੋਲ ਜਾਣਾ ਹੁੰਦਾ? ਟਾਈਮਿੰਗ ਤੁਸੀਂ ਕਿਉਂਕਿ ਸੀਜ਼ਨ ਦੇ ਵਿੱਚ ਤਾਂ ਚੱਲ ਰਿਹਾ ਹੁੰਦਾ ਨਾ, ਸਵੇਰ ਵੀ ਸ਼ਾਮ ਵੀ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਸਾਡਾ। ਕੋਸ਼ਿਸ਼ ਕਰੋ ਕਿ ਟਾਈਮ ਨਾਲ ਤੁਸੀਂ ਪਹੁੰਚੋ ਉੱਥੇ, ਤਾਂ ਕਿ ਤੁਹਾਡੀ ਜਲਦੀ ਮਤਲਬ ਅੱਗੇ ਵਾਰੀ ਵੀ ਆ ਜਾਵੇ। ਔਰ ਇੱਕ ਬਹੁਤ ਜ਼ਿਆਦਾ ਲੇਟ ਜਿਹੜਾ ਵਾ ਉਹ ਵੀ ਨਹੀਂ ਸਹੀ ਹੈ, ਫਿਰ ਉਸ ਟਾਈਮ ਤੱਕ ਜਿਹੜਾ ਨਾ ਉਹ ਮਸਲਾ ਬਣਦਾ। ਟਾਈਮਲੀ ਤੁਸੀਂ ਉੱਥੇ ਪਹੁੰਚੋ ਤਾਂ ਕਿ ਫਿਰ ਇਹ ਹੁੰਦਾ ਕਿ ਅਗਰ ਤੁਸੀਂ ਡਿਲੇ ਹੋਏ ਫਿਰ ਤੁਹਾਡੀ ਮੂੰਜੀ ਜਿਹੜੀ ਅਗਲੇ ਦਿਨ ਲੱਥਣੀ ਜਾ ਕੇ, ਉਹਦੇ 'ਚ ਫਿਰ ਇੱਕ ਮੂੰਜੀ ਦੇ ਵਿੱਚ ਮਸਲਾ ਵੀ ਹੋ ਸਕਦਾ। ਠੀਕ ਹੈ। ਕੋਸ਼ਿਸ਼ ਕਰੋ ਟਾਈਮ ਨਾਲ ਸਵੇਰ ਪਹੁੰਚੋ, ਸ਼ਾਮ ਤੱਕ ਮਤਲਬ 3-4 ਵਜੇ ਤੱਕ ਪਹੁੰਚ ਜਾਓ ਤੁਸੀਂ ਉੱਥੇ। ਜੀ ਬਿਲਕੁਲ। ਜਿਹੜੀ ਇੱਕ 24 ਘੰਟੇ ਟਰੱਕ ਦੇ ਵਿੱਚ ਜਾਂ ਟਰਾਲੀ 'ਚ ਰਹਿਣੀ ਆ ਉਹ ਖਰਾਬ ਵੀ ਹੋ ਸਕਦੀ ਹੈ। ਜੀ ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ। ਸਲਾਮਤ ਰਹੋ, ਸ਼ਾਦੋ ਆਬਾਦ ਰਹੋ। ਪਾਕਿਸਤਾਨ ਜ਼ਿੰਦਾਬਾਦ।